इनके भाई ने हकीम बाबर को जहर दे दिया। मुझे सफदर उर्फ सक्कू कहता है, कीम साहब गिलास खाली करके जाएं। उसके बाद मुझ पे बेहोशी तारी हो गई। मेरे साथ मेरा भांजा था, मैं कहा मुझे फौरन अस्पताल लेके जाओ। मुझे जूस में कुछ पिलाया गया। हकीम साहब ने को अपना को नुस्खा यूज किया है, ठीक है जी, ਉਹ ਉਹਨਾਂ ਨੂੰ ਉਲਟਾ ਪੈ ਗਿਆ। ਇਹ ਤੇ ਹੁਣ ਬੱਚੇ ਨੂੰ ਪਤਾ ਹੈ, ਹਰ ਬੰਦੇ ਨੂੰ ਪਤਾ ਹੋਵੇ। ਹਕੀਮ ਸਾਹਿਬ ਨੇ ਤਸਲੀਮ ਕੀਤਾ ਕਿ ਮੈਨੂੰ ਜ਼ਹਿਰ ਨਹੀਂ ਦਿੱਤਾ ਗਿਆ। ਹਕੀਮ ਦੀ ਉਮਰ ਮੇਰੇ ਹਿਸਾਬ ਦੇ ਵਿੱਚ 47 49, ਇਹਦੇ ਤੋਂ ਜ਼ਿਆਦਾ ਉਮਰ ਨਹੀਂ। 75 ਸਾਲ ਵਾਲਾ ਸਿਰਫ ਇਹਨੇ ਇਸ ਵਾਸਤੇ ਫੇਮ ਲੈਣ ਵਾਸਤੇ ਕਿ ਆਪਣੀਆਂ ਦਵਾਈਆਂ ਵੇਚਾਂ ਦਾ, ਤੇ ਤਾਂ ਕਿ ਪਤਾ ਲੱਗੇ ਕਿ ਬਜ਼ੁਰਗ 75 ਸਾਲ ਦੇ ਨੇ ਸ਼ਾਦੀ ਕੀਤੀ, ਇਹਨਾਂ ਦੇ ਕੋਲ ਕੋਈ ਨਾ ਕੋਈ ਕੁਝ ਕੰਮ ਹੈ। ਹਕੀਮ ਨਹੀਂ ਹੈ ਤਾਂ 2 ਮਹੀਨੇ ਕੰਮ ਕੀਤਾ ਹੈ, ਉਹ ਵੀ ਕੰਮ ਕੀਤਾ ਜਦੋਂ ਆਵਾਜ਼ ਨਹੀਂ ਮਾਰਦੇ, ਛੋਟੇ ਆ ਸਿਰਫ ਫੜਾ ਦੇ ਕਲਾਇੰਟ ਆਇਆ। पूरे सोशल मीडिया पर एक ही बात फैली हुई है, इस टाइम वायरल है। हकीम बाबर कह रहा है कि सफदर ने मुझे जहर दे दिया। बात करते हैं इनसे, जानते हैं क्या ये बात सच है, क्या कहानी है और क्या किस्सा है। अस्सलाम वालेकुम जी। जी वालेकुम सलाम। ठीक हो जी फर्स्ट क्लास, शुक्र अल्लाह। ਤੁਹਾਡੇ ਭਾਈ ਨੇ ਜਨਾਬ ਜ਼ੁਲਮ ਕੀਤਾ ਵੇ, ਜ਼ਹਿਰ ਦਿੱਤਾ ਵੇ। ਦੇਖੋ ਜੀ ਗੱਲ ਇਹ ਵੇ ਕਿ ਇਹ ਤੇ ਹੁਣ ਬੱਚੇ ਨੂੰ ਪਤਾ ਹੈ, ਹਰ ਬੰਦੇ ਨੂੰ ਪਤਾ ਵੇ। ਹਕੀਮ ਸਾਹਿਬ ਨੇ ਤਸਲੀਮ ਕੀਤਾ ਕਿ ਮੈਨੂੰ ਜ਼ਹਿਰ ਨਹੀਂ ਦਿੱਤਾ ਗਿਆ, ਤੇ ਮੇਰਾ ਖਿਆਲ ਹੈ ਗੱਲ ਤੇ ਮੁਨਾਸਬ ਹੀ ਨਹੀਂ ਸੀ ਕਿ ਤੁਹਾਡੀ ਪੁੱਛਣੀ ਮੇਰੇ ਕੋਲੋਂ, ਠੀਕ ਹੈ ਜੀ। ਕੋਈ ਇੱਕ ਐਸਾ ਬੰਦਾ ਨਹੀਂ ਕਿ ਜਿਹੜਾ ਇਸ ਗੱਲ ਦੀ ਤਾਇਦ ਕਰਦਾ ਹੋਵੇ। ਹਕੀਮ ਕਹਿ ਰਿਹਾ ਕਿ ਮੈਨੂੰ ਜਨਾਬ ਜ਼ਹਿਰ ਦਿੱਤਾ ਗਿਆ ਵੇ, ਵਿਚਾਰਾ ਉਹ ਮਤਲਬ ਉਸ ਟਾਈਮ ਕਿੰਨਾ ਬਿਮਾਰ ਹੋ ਗਿਆ ਹੈ ਕਿ ਮੈਨੂੰ ਜ਼ਹਿਰ ਦਿੱਤਾ ਗਿਆ, ਮੈਨੂੰ ਜੂਸ ਪਿਲਾਇਆ ਵੇ, ਤੇ ਮੈਨੂੰ ਪਿਲਾਇਆ ਵੇ ਤੁਹਾਡੇ ਭਾਈ ਨੇ, ਸਫਦਰ ਨੇ। ਨਹੀਂ, ਹਕੀਮ ਸਾਹਿਬ ਨੇ ਕੋ ਆਪਣਾ ਕੋ ਨੁਸਖਾ ਯੂਜ਼ ਕੀਤਾ ਹੈ, ਠੀਕ ਹੈ ਜੀ। ਉਹ ਉਹਨਾਂ ਨੂੰ ਉਲਟਾ ਪੈ ਗਿਆ ਔਰ ਉਹ ਸਿਰਫ ਆਪਣਾ ਫੇਮ ਹਾਸਲ ਕਰਨੇ ਵਾਸਤੇ ਹਕੀਮ ਸਾਹਿਬ ਇਹ ਸਾਡੇ ਦੇ ਨਾਲ ਕੋਈ ਲੈ ਰਹੇ। ਦੁਸ਼ਮਣੀ ਸੀ, ਕੋਈ ਰੰਜਿਸ਼ ਸੀ, ਕੋਈ ਗੱਲ ਸੀ? ਨਾ ਕਿਉਂ ਲਿਆ ਉਹਨੇ? ਨਾ ਲਿਆ, ਸਫਦਰ ਸੌਫਟ ਟਾਰਗੇਟ ਹੈ, ਇਸ ਵਾਸਤੇ ਉਹਨੂੰ ਇਸ ਤੋਂ ਬੈਸਟ ਟਾਰਗੇਟ ਸਫਦਰ ਤੋਂ ਇਲਾਵਾ ਮਿਲ ਨਹੀਂ ਸੀ ਸਕਦਾ। ਕੋਈ ਇੱਕ ਦੋ ਇਸ਼ੂ ਨੇ ਸਫਦਰ ਦੇ ਜਿਹਦੀ ਵਜ੍ਹਾ ਤੋਂ ਉਹ ਸੌਫਟ ਟਾਰਗੇਟ ਸੀ, ਜਿਹਦੀ ਵਜ੍ਹਾ ਤੋਂ ਉਹਨੇ ਸਫਦਰ ਦਾ ਨਾਂ ਲਿਆ। ਰਿਹਾ ਮਸਲਾ ਦੁਸ਼ਮਣੀ ਦਾ, ਤੁਸੀਂ ਸਾਡੇ ਪਿੰਡ ਖੜੇ ਹੋ, ਕਿਸੇ ਵੀ ਇੱਕ ਬੰਦੇ ਨੂੰ ਕਹਿ ਲਓ, ਸਾਡੀ ਕਿਸੇ ਨਾਲ ਵੀ ਦੁਸ਼ਮਣੀ ਕੋਈ ਨਹੀਂ। ਨਾ ਅਸੀਂ ਇਸ ਚੀਜ਼ ਦੇ ਕਾਇਲ ਹਾਂ ਕਿ ਇਹ ਦੁਸ਼ਮਣੀ ਝਗੜਾ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸਾਡੇ ਪਿੰਡ 'ਚ ਬੜਾ ਲੋਕਾਂ ਦਾ ਆਪਸ 'ਚ ਇਤਫਾਕ ਹੈ, ਕਿਉਂਕਿ ਸਾਰੇ ਹੀ ਅਜ਼ੀਜ਼ ਨੇ ਇੱਕ ਦੂਸਰੇ ਦੇ, ਤੇ ਇਸ ਵਾਸਤੇ ਐਸੀ ਵੀ ਕੋਈ ਵਜ੍ਹਾ ਨਹੀਂ। ਤੁਸੀਂ ਉਹਨੂੰ ਆਪਣੇ ਘਰ ਬੁਲਾਇਆ ਕਿ ਸਾਡੇ ਘਰ ਆ, ਸਾਡੇ ਬੱਚਿਆਂ ਨੇ ਤੇਰੇ ਨਾਲ ਤਸਵੀਰ ਬਣਾਉਣੀ ਹੈ, ਉਹ ਤੇਰੇ ਬੜੇ ਵੱਡੇ ਫੈਨ ਨੇ, ਸਾਡੇ ਘਰ ਆ? ਘਰ ਤੁਹਾਡੇ ਆਇਆ ਉਹ? ਅਸਲ 'ਚ ਪਹਿਲੇ ਨੰਬਰ ਤੇ ਗੱਲ ਇਹ ਵੇ, ਉਹ ਬਿਲਕੁਲ ਮੇਰੇ ਭਾਈ ਦੇ ਘਰ ਆਇਆ, ਠੀਕ ਹੈ ਜੀ। ਤੇ ਆਇਆ ਔਰ ਆ ਕੇ ਘੰਟਾ ਡੇਢ ਘੰਟਾ ਚਾय ਵਗੈਰਾ ਪੀਤੀ ਹੈ, ਬੈਠਾ ਰਿਹਾ ਵੇ, ਠੀਕ ਹੈ ਨਾ ਜੀ। ਮਗਰ ਫੈਨ ਵਾਲੀ ਵੀ ਗੱਲ ਮੈਨੂੰ ਕੋਈ ਸਮਝ ਨਹੀਂ ਆਉਂਦੀ, ਕਿਉਂਕਿ ਇਸ ਵਾਸਤੇ ਕਿ ਇਸ ਪਿੰਡ ਦੇ ਵਿੱਚ ਹਕੀਮ ਸਾਹਿਬ ਦੀ ਜਿੰਨੀ ਕੁ ਮਕਬੂਲੀਅਤ ਹੈ ਤੁਹਾਨੂੰ ਬਿਹਤਰ ਪਤਾ ਹੈ। ਨਹੀਂ ਤੇ ਤੁਸੀਂ ਥੋੜਾ ਸਰਵੇ ਕਰ ਲਓ, ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਹਕੀਮ ਸਾਹਿਬ ਦੀ ਇੱਥੇ ਮਕਬੂਲ ਨੇ ਕਿ ਜ਼ਲੀਲ ਨੇ, ਤੁਹਾਨੂੰ ਆਪੇ ਪਤਾ ਲੱਗ ਜਾਂਦਾ। ਹਕੀਮ ਬਾਬਰ ਦਾ ਅਸਲ ਨਾਂ ਕੀ ਹੈ? ਹਕੀਮ ਬਾਬਰ ਦਾ ਅਸਲ ਨਾਮ ਹੈ ਫਜ਼ਾਲਾ। ਫਜ਼ਾਲਾ? ਫਜ਼ਾਲ ਨਾਮ ਹੈ, ਪਰ ਉਹਨੂੰ ਅਕਸਰ ਫਜ਼ਾਲਾ ਘੁਮਿਆਰ ਕਹਿੰਦੇ ਨੇ। ਫਜ਼ਾਲਾ ਘੁਮਿਆਰ? ਜੀ ਜੀ। ਉਹ ਘੁਮਿਆਰ ਹੈ? ਵੇਖੋ ਜੀ, ਪਿੱਛੂ ਹੋ ਸਕਦਾ ਉਹ ਤੇਲੀ ਹੋਵੇ, ਪਰ ਖੋਖਰ ਬਰਾਦਰੀ ਨਾਲ ਉਹਦਾ ਤਲਕ ਕੋਈ ਨਹੀਂ, ਕਿਉਂਕਿ ਕੋਈ ਵੀ ਜੱਟ ਜ਼ਿਮੀਂਦਾਰ ਆਦਮੀ ਇਸ ਤਰ੍ਹਾਂ ਆਪਣੀਆਂ ਬੀਵੀਆਂ ਨੂੰ ਔਰ ਆਪਣੀਆਂ ਇੱਜ਼ਤਾਂ ਨੂੰ ਢੀਲ ਢਾਲ ਕੇ ਲੈ ਕੇ ਨਹੀਂ ਆਉਂਦਾ। ਉਸ ਦਿਨ ਕੀ ਹੋਇਆ? ਉਸ ਦਿਨ ਜਿਸ ਦਿਨ ਵਕੂਆ ਸੀ ਜੀ, ਉਸ ਦਿਨ ਵੇਖੋ ਜੀ, ਇਹਨੂੰ ਸ਼ੌਕ ਹੈ ਲੋਕਾਂ ਨੂੰ ਆ ਕੇ ਮਿਲਣਾ, ਲੋਕਾਂ ਕੋਲੋਂ, ਕਿਉਂਕਿ ਇਸ ਪਿੰਡ ਦੇ ਵਿੱਚ ਜਿਹੜਾ ਜਦੋਂ ਇਹ ਰਿਹਾ, ਇਸ ਪਿੰਡ ਦੇ ਵਿੱਚ ਫੁੱਟਬਾਲ ਸੀਂਦਾ ਰਿਹਾ। ਉਹ ਸਾਹਮਣੇ ਭੱਠਾ ਨਜ਼ਰ ਆ ਰਿਹਾ, ਉਹ ਸਾਹਮਣੇ ਵੇਖੋ ਤੁਸੀਂ, ਉੱਥੇ ਇਹਨੇ ਮਜ਼ਦੂਰੀ ਕੀਤੀ ਹੈ ਭੱਠੇ ਦੇ ਉੱਤੇ। ਅੱਛਾ, ਹੁਣ ਜਦੋਂ ਭੱਠੇ ਦੇ ਉੱਤੇ ਮਜ਼ਦੂਰੀ ਕਰਦਾ ਰਿਹਾ, ਇਹਦੇ ਕੋਲ ਇੱਕ ਵਕੂਆ ਐਸਾ ਹੋ ਗਿਆ ਸੀ ਜਿਹਦੀ ਵਜ੍ਹਾ ਤੋਂ ਇਹਨੇ ਇਸ ਪਿੰਡ ਨੂੰ ਛੱਡਿਆ। ਉਹ ਮਤਲਬ ਕਹਿ ਰਿਹਾ ਵੇ ਕਿ ਮੇਰੀ ਉਮਰ 73 ਸਾਲ ਹੈ, ਜਿਹੜੀ ਉਹਦੀ ਨਵੀਂ ਦੁਲਹਨ ਹੈ ਉਹਦੀ ਉਮਰ ਥੋੜੀ ਹੈ। ਗੱਲ ਦਾ ਕੀ ਸੀਨ ਹੈ? ਵਜ੍ਹਾ ਇਹ ਵੇ ਕਿ ਤੁਹਾਨੂੰ ਪਤਾ ਹੈ, ਪਿੱਛੇ ਜੇ ਇੱਕ ਲਾਹੌਰ ਦਾ ਹਕੀਮ ਹੋਇਆ ਜਿਹਨੇ 4 ਸ਼ਾਦੀਆਂ ਇੱਕੋ ਗੱਡੀ 'ਚ ਫੋਰਚੂਨਰ 'ਚ ਪਾ ਕੇ ਸ਼ਾਪਿੰਗ ਕਰਦਾ ਰਿਹਾ, ਤੇ ਉਹਨੇ ਕਿਹਾ ਸਾਰੇ ਹੀ ਕੁਝ ਨੇ। ਫਿਰ ਹਕੀਮ ਸ਼ਦਾਦ ਹੋਇਆ, ਉਹਨੂੰ ਵੀ ਫੇਮ ਮਿਲਿਆ ਇਸੇ ਵਜ੍ਹਾ ਤੋਂ, ਤੇ ਇਸ ਵਾਸਤੇ ਇਹਨੂੰ ਫੇਮ ਮਿਲਿਆ। ਔਰ ਹਕੀਮ ਦੀ ਉਮਰ ਮੇਰੇ ਹਿਸਾਬ ਦੇ ਵਿੱਚ 47 49, ਇਹਦੇ ਤੋਂ ਜ਼ਿਆਦਾ ਉਮਰ ਨਹੀਂ। 75 ਸਾਲ ਵਾਲਾ ਸਿਰਫ ਇਹਨੇ ਇਸ ਵਾਸਤੇ ਫੇਮ ਲੈਣ ਵਾਸਤੇ ਕਿ ਆਪਣੀਆਂ ਦਵਾਈਆਂ ਵੇਚਾਂ ਦਾ, ਤੇ ਤਾਂ ਕਿ ਪਤਾ ਲੱਗੇ ਕਿ ਬਜ਼ੁਰਗ 75 ਸਾਲ ਦੇ ਨੇ ਸ਼ਾਦੀ ਕੀਤੀ, ਇਹਨਾਂ ਦੇ ਕੋਲ ਕੋਈ ਨਾ ਕੋਈ ਕੁਝ ਕੰਮ ਹੈ। ਜੋ ਉਹਨੇ ਉਹ ਕਿੱਸਾ ਬਣਾਇਆ, ਕਹਾਣੀ ਬਣਾਈ, ਉਹ ਝੂਠ ਹੈ? ਮੁਕੰਮਲ ਝੂਠ ਹੈ ਜਨਾਬ। ਉਹਦੇ ਵਿੱਚ ਰਿਪੋਰਟ ਤੁਹਾਡੇ ਕੋਲ ਮੌਜੂਦ ਹੈ, ਤੁਸੀਂ ਸਮੜਿਆਲ ਹਸਪਤਾਲ ਦੀ ਰਿਪੋਰਟ ਵੇਖੋ,
वो बिल्कुल नॉर्मल रिपोर्ट है, साबित हो चुका है कि कोई ज़ार नहीं। और हकीम फजाल ने ना खुद तस्लीम किया है। पहले नंबर तो मैं एक होर गल दसां, हकीम नहीं है, हकीम नहीं है नहीं नहीं नहीं। की है ਇੱਥੇ ਇੱਕ ਰਦੀਰ ਮੋੜ ਤੇ ਸੰਭੜਿਆਲ ਦੇ ਅੱਛੇ ਆਦਮੀ ਸਨ, ਹਕੀਮ ਅੱਲਾ ਦਿੱਤਾ, 2 ਮਹੀਨੇ ਕੰਮ ਕੀਤਾ ਹੈ। ਉਹ ਵੀ ਕੰਮ ਕੀਤਾ ਜਦੋਂ ਆਵਾਜ਼ ਨਹੀਂ ਮਾਰਦੇ, ਛੋਟੇ ਆ ਸਿਰਫ ਫੜਾ ਦੇ ਕਲੈਂਡ ਆਇਆ ਹੈ, ਜਾਂ ਇਹ ਪੂਰੀ ਉਹਨਾਂ ਹੀ ਬਣਾ ਕੇ ਦਿੱਤੀ ਹੈ, ਦਵਾਈਆਂ ਕੈਪਸੂਲ ਬਣਾਈਆਂ ਨੇ ਤੇ ਦਵਾਈ ਫੜਾ ਦੇ। ਇਹਦੇ ਤੋਂ ਇਲਾਵਾ ਕੋਈ ਨਹੀਂ। ਹਕੀਮ ਫਜ਼ਾਲ ਪਸ਼ਾਵਰ ਤੋਂ 2 ਨੰਬਰ ਮਾਲ ਲੈ ਕੇ ਆ ਰਿਹਾ ਸੀ, ਜਿਹਦੇ ਵਿੱਚ ਕਰੰਸੀ ਵੀ ਸੀ ਔਰ ਕੁਝ ਪਟਾਕੇ ਵਗੈਰਾ ਸਨ। ਅਟਕ ਪੁਲ ਦੇ ਉੱਤੇ ਜਿਹੜਾ ਸੀ ਨਾ ਫੜਿਆ ਗਿਆ ਸੀ, ਇਹਦੇ ਤੇ ਪਰਚਾ ਹੋ ਗਿਆ ਸੀ। ਇਹ ਮੇਰਾ ਖਿਆਲ ਹੈ 6 ਮਹੀਨੇ ਜਿਹੜਾ ਨਾ ਜੇਲ੍ਹ 'ਚ ਰਹਿ ਕੇ ਆਇਆ ਹੈ, ਔਰ ਇਹਦਾ ਰਿਕਾਰਡ ਮੌਜੂਦ ਹੈ। ਇਹ ਫਿਰ ਬਿਸਤੀ ਦੀ ਵਜ੍ਹਾ ਤੋਂ ਇਸ ਪਿੰਡ ਤੋਂ ਆਪਣੀ ਵਾਲਦਾ ਨੂੰ, ਭੈਣ ਇੱਕ ਇਹਦੀ ਗਾਲਬਨ ਮੇਰਾ ਖਿਆਲ ਹੈ, ਜੇ ਮੈਂ ਭੁੱਲ ਨਹੀਂ ਰਿਹਾ, ਤੇ ਕੌਸਰ ਇਹਦੇ ਲੈ ਕੇ ਇਸਲਾਮਾਬਾਦ ਸ਼ਿਫਟ ਹੋ ਗਏ ਨੇ ਪਿੰਡੀ। ਅੱਛਾ, ਤੁਹਾਡਾ ਭਾਈ ਕਿਉਂ ਮੰਜ਼ਰੇ ਆਮ ਤੇ ਨਹੀਂ ਆ ਰਿਹਾ ਜੀ? ਮੇਰਾ ਭਾਈ ਦੀ ਪ੍ਰੋਬਲਮ ਬੇਸਿਕ ਇਹ ਵੇ ਕਿ ਉਹਦਾ ਕੋਈ ਥੋੜਾ ਜਿਹਾ ਇੱਥੇ ਪਿੰਡ ਝਗੜਾ ਹੋਇਆ, ਜਿਹਦੇ ਵਿੱਚ ਉਹਦੇ ਤੇ FIR ਹੋਈ ਸੀ। ਦੂਸਰੇ ਨੰਬਰ ਤੇ ਸਾਡੇ ਪਿੰਡ ਦੇ ਵਿੱਚ 15 ਬੰਦੇ ਨੇ ਜਿਹੜੇ ਜੰਟੀ ਦੇ ਵਿੱਚ, ਜਿਨ੍ਹਾਂ ਦਾ ਨਾਂ ਹੈ, ਜਿਨ੍ਹਾਂ ਤੇ ਪਰਚੇ ਵੀ ਹੋਏ ਨੇ। ਤੋਂ ਇੱਕ FIR ਉਹਦੇ ਤੇ ਏਜੰਟੀ ਦੀ ਵੀ ਹੈ, ਠੀਕ ਹੈ ਨਾ ਜੀ। ਔਰ ਸਾਡੇ ਨਾਲ ਅੱਗੇ ਵੀ ਮਿਸਬਿਹੇਵ ਹੋਇਆ, ਜਿਹਦੀ ਵਜ੍ਹਾ ਤੋਂ ਨਾ ਹੱਕ ਨਜਾਇਜ਼ ਜਿਹੜਾ ਇਹਦੇ ਨਾਲ ਸਾਡੇ ਨਾਲ ਅੱਗੇ ਜ਼ਿਆਦਤੀ ਹੋਈ ਹੈ, ਉਸ ਡਰ ਦੀ ਵਜ੍ਹਾ ਤੋਂ। ਔਰ ਫਿਰ ਜਿਵੇਂ ਇਹਨੇ ਹਕੀਮ ਨੇ ਵਕੂਆ ਬਣਾਇਆ, ਜਿਸ ਤਰ੍ਹਾਂ ਕੀਤਾ ਹੈ, ਇਸ ਡਰ ਤੋਂ ਵਜ੍ਹਾ ਤੋਂ ਅੱਛਾ ਖਾਸਾ ਅਸੀਂ ਸਾਰੇ ਡਰੇ ਸਾਂ। ਸਾਡਾ ਦਰਬਦਰ ਅਸੀਂ ਜ਼ਲੀਲ ਹੋ ਰਹੇ ਹਾਂ, ਜਿਹਦਾ ਹਿਸਾਬ ਵੀ ਕੋਈ ਨਹੀਂ। ਜਿਸ ਤਰ੍ਹਾਂ ਇਹਨੇ ਆਪਣੇ ਵੇਖੋ ਨਾ, ਇੱਕ ਵੀਡੀਓ ਤੇ 1 ਲੱਖ ਇਹਨੇ ਲਾਈਕ ਲਏ ਨੇ। ਕਿਉਂ ਲਏ ਨੇ? ਇਹਦਾ ਤੇ 4000 3000 2000 ਤੋਂ ਜ਼ਿਆਦਾ ਲਾਈਕ ਨਹੀਂ ਸੀ ਆਉਂਦਾ। नाज़रीन, देखें कि हकीम बाबर ने किस तरह ये सारा काम किया है। आपने सुना इनकी ज़ुबानी कि वो घर में कैसे आया और क्या हुआ, उसने क्या कर दिया। तो जरा मतलब इस टाइम मतलब हुन जी इस टाइम कंडीशन है, इस टाइम जी वो की सिस्टम चल रहा ਇਸ ਵਕਤ ਇਹ ਵੇ ਕਿ ਸਾਨੂੰ ਆਫਰਾਂ ਕੀਤੀਆਂ ਜਾ ਰਹੀਆਂ ਨੇ ਕਿ ਹਕੀਮ ਸ਼ਰਮਿੰਦਾ ਹੈ, ਲਿਹਾਜ਼ਾ ਕੋਈ ਤੁਸੀਂ ਇੰਟਰਵਿਊ ਨਹੀਂ ਦੇਣਾ, ਠੀਕ ਹੈ ਨਾ ਜੀ, ਤੇ ਸੁਲ੍ਹਾ ਕਰਨੀ ਹੈ, ਤੇ ਬਸ ਭੈਣਾਂ ਭਰਾਵਾਂ ਵਾਲਾ ਮਾਮਲਾ, ਤੇ ਇਹਦੇ ਵਿੱਚ ਕੋਈ ਇਹਨੂੰ ਮਸਲੇ ਨੂੰ ਨਹੀਂ। ਹਕੀਮ ਨੇ ਆਪਣੀਆਂ ਵੀਡੀਓ ਆਪਣੇ ਅਕਾਊਂਟ ਤੋਂ ਡਿਲੀਟ ਕੀਤੀਆਂ ਨੇ। ਹਰ ਪੈਕੇਜ ਉਹਨੇ ਸਾਡੇ ਵਾਸਤੇ ਓਪਨ ਕੀਤਾ ਹੈ ਕਿ ਜਿਉਂ ਜਾਣਦੇ ਹੋ ਇਹਦੇ ਵਿੱਚ ਹੈ, ਤੁਸੀਂ ਹਕਾਇਕ ਬੋਲਦੇ ਹੋ ਨਾ, ਤੇ ਮੇਰੀ ਬਦਨਾਮੀ ਹੈ, ਮੇਰੀ ਬਿਸਤੀ ਹੈ। ਇਸ ਵਾਸਤੇ ਜਿਹੜਾ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਭੈਣਾਂ ਭਰਾਵਾਂ ਦਾ, ਥ੍ਰੈਟ ਕਰਕੇ ਨਹੀਂ, ਭੈਣਾਂ ਭਰਾਵਾਂ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਨਹੀਂ ਯਾਰ ਇਸ ਮਸਲੇ ਨੂੰ ਮੁਕਾਣਾ, ਇਹਨੂੰ ਖਤਮ ਕਰੋ। थाना बेगोवाल सदीक साहब ने साथ दिता है। ਦੇਖੋ ਜੀ, ਮੈਂ ਸਾਥ ਇਸ ਗੱਲ ਨੂੰ ਹੀ ਸਮਝਣਾ ਵਾ, ਜਦੋਂ ਹਕਾਇਕ ਦਾ ਉਹਨਾਂ ਨੂੰ ਪਤਾ ਲੱਗਾ, ਉਹਨਾਂ ਸਾਨੂੰ ਤੰਗ ਨਹੀਂ ਕੀਤਾ। ਉਹ ਦੁਬਾਰਾ ਸਾਡੇ ਘਰ ਸਟਾਰਟ ਤੋਂ ਉਹਨਾਂ ਰਿਟਾਂ ਕੀਤੀਆਂ ਨੇ। ਉਹਨਾਂ ਨੂੰ ਪਤਾ ਲੱਗਿਆ ਉਹ ਇੱਕ ਨਿਚੋੜ ਸਮਝਦਾਰ ਬਾਸ਼ਊਰ ਆਦਮੀ ਨੇ। ਇਹ ਬਾਸ਼ਊਰ ਆਦਮੀ ਦਾ ਹਿਸਾਬ ਹੈ, ਨਹੀਂ ਤੇ ਕੋਈ ਸਲੀਮ ਇਹਨਾਂ ਹਿਟਲਰ ਕੋ ਨਹੀਂ ਕਿ ਉਹਨੂੰ ਫੜ ਨਾ ਲੈਣ, ਸਫਦਰ ਨੂੰ ਨਾ ਫੜ ਲੈਣ। ਮੇਰੇ ਦੂਸਰੇ ਭਾਈ ਨੇ, ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਹੁਣ ਸਾਨੂੰ ਮਤਲਬ ਉਹਨਾਂ ਦਾ ਅਸੀਂ ਬਿਹੇਵੀਅਰ ਵੇਖਿਆ ਨਾ, ਕਿ ਜਿਹਦੇ ਵਿੱਚ ਸਾਨੂੰ ਉਹਨਾਂ ਤੰਗ ਨਹੀਂ ਕੀਤਾ। ਇਹ ਉਹਨਾਂ ਦੀ ਪ੍ਰੋਫੈਸ਼ਨਲਿਜ਼ਮ ਹੈ ਕਿ ਜਿਹੜਾ ਬੋਲਦਾ ਹੈ, ਠੀਕ ਹੈ ਜੀ। ਤੇ ਅਸੀਂ ਲਿਆਦਾ ਉਹਨਾਂ ਦੇ ਪੂਰੇ ਮੁਤਮਿਨ। ਇਹ ਤਾਂ ਵੀ ਨਹੀਂ ਤੇ ਕਿਹਾ ਜਾਂਦਾ। ਔਰ ਦੂਸਰੇ ਨੰਬਰ ਤੇ ਮੈਂ ਉਮੀਦ ਕਰ ਰਿਹਾ SHO ਸਾਹਿਬ ਤੇ ਇਸ ਪਰਚੇ ਨੂੰ ਖਾਰਜ ਕਰਨ ਦੇ, ਔਰ ਹਕੀਮ ਸਾਹਿਬ ਤੇ ਜਿਹੜਾ ਹੈ ਨਾ, ਕਿਉਂਕਿ ਹਕੀਮ ਸਾਹਿਬ ਨੇ ਜਿਹੜਾ ਹੈ ਨਾ ਸਾਡੇ ਇਲਾਕੇ ਨੂੰ, ਸਾਡੀ ਤਹਿਸੀਲ ਨੂੰ, ਸਾਡੇ ਜ਼ਿਲ੍ਹੇ ਨੂੰ, ਸਾਡੇ ਪਿੰਡ ਨੂੰ ਬਦਨਾਮ ਕੀਤਾ ਹੈ, ਲੋਕਾਂ ਦੀ ਦਿਲਜ਼ਾਰੀ ਕੀਤੀ ਹੈ, ਔਰ ਫੇਮ ਹਾਸਲ ਕਰਨੇ ਵਾਸਤੇ ਜਿਹੜਾ ਇਹਨਾਂ ਨੇ ਕੰਮ ਕੀਤਾ, ਜਿਹੜਾ ਕਿ ਸਾਡੇ ਵਾਸਤੇ ਵੈਸੇ ਸ਼ਰਮਿੰਦਗੀ ਹੈ। ਲੋਕ ਕੀ ਕਹਿਣ ਦੇ ਦੂਰ ਬੈਠੇ ਆ ਕਿ ਸਿਆਲਕੋਟ ਦੇ ਲੋਕ ਐਸੇ ਨੇ ਕਿ ਆਪਣੇ ਮਹਿਮਾਨਾਂ ਨੂੰ ਜਾਂ ਆਪਣੇ ਘਰ ਆਇਆਂ ਨੂੰ ਜ਼ਹਿਰ ਪਿਲਾਉਂਦੇ ਨੇ। ਇਸ ਵਾਸਤੇ ਮੈਂ ਉਮੀਦ ਕਰਨਾ ਕਿ ਫਜ਼ਾਲ ਤੇ FIR ਕੱਟੀ ਜਾਏਗੀ ਔਰ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ ਫਜ਼ਾਲ ਦੀ ਕਿ ਕਿਉਂ ਇਹਨੇ ਕੀਤੀ। ਤੁਹਾਡੀ ਅਪੀਲ ਹੈ ਵੇ CM ਪੰਜਾਬ ਨਾਲ ਕਿ ਜਨਾਬ ਜਿਹੜਾ ਫਜ਼ਾਲ ਹੈ ਉਰਫ ਹਕੀਮ ਫਜ਼ਾਲਾ ਉਰਫ ਹਕੀਮ ਬਾਬਰ ਦੇ ਉੱਤੇ FIR ਹੋਵੇ। ਜੀ ਬਿਲਕੁਲ। ਵੇਖੋ ਜੀ, ਅਗਰ ਸਾਡੀ ਸਾਬਤ ਹੋ ਗਈ ਹੈ ਕਿ ਸਾਬਤ ਹੋ ਗਿਆ ਹੈ ਮੈਡੀਕਲ ਰਿਪੋਰਟ ਦੇ ਵਿੱਚ ਕਿ ਨਾਰਮਲ ਰਿਪੋਰਟ ਹੈ, ਕੋਈ ਜ਼ਹਿਰ ਨਹੀਂ ਦਿੱਤਾ ਗਿਆ, ਤੇ ਕਿਆ ਅਸੀਂ ਹੱਕਦਾਰ ਨਹੀਂ? ਸਾਡੇ ਬੱਚੇ ਜ਼ਲੀਲ ਹੋਏ ਨੇ, ਅਸੀਂ ਰਸਵਾ ਹੋ ਗਏ ਹਾਂ। ਇੰਤਹਾਈ ਥਰਡ ਕਲਾਸ ਕੰਮ ਹੈ, ਗੈਰ ਅਖਲਾਕੀ ਹੈ, ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਇਹਦੇ ਤੇ FIR ਦਿੱਤੀ ਜਾਏਗੀ। फैसला अभी आप करेंगे कि आप इस बारे में क्या कहते हैं कि आजकल टिकटॉक पे जो लोग अपने फेम के चक्कर में क्या कुछ कर रहे हैं, किस तरह आवाम को जलील कर रहे हैं, किस तरह उनकी इज्जत को खराब कर रहे हैं। टिकटॉक के मुकम्मल छोटे से व्यूज के लिए आवाम क्या कुछ कर रही है। फैसला आप करेंगे कि आप इस बारे में क्या कहते हैं। मेहर अली, न्यूज़ अलर्ट, सियालकोट।